हाँ जी, सत श्री अकाल जी। एक बार फिर ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। ਤਾਂ ਅੱਜ ਦਾ ਜਿਹੜਾ ਸਾਡਾ ਚੈਪਟਰ ਹੈ ਜੀ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 8ਵੀਂ ਸ਼੍ਰੇਣੀ ਦਾ ਚੈਪਟਰ ਹੈ ਜੀ ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ। ਚੈਪਟਰ ਨੰਬਰ 16 ਹੈ ਜੀ। ਤੋ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ PSEB ਦੀਆਂ ਹਦਾਇਤਾਂ ਦੇ ਮੁਤਾਬਕ, ਠੀਕ ਹੈ ਜੀ, PSEB ਦੀਆਂ ਹਦਾਇਤਾਂ ਦੇ ਮੁਤਾਬਕ ਇਸ ਲੈਸਨ ਦੇ ਵਿੱਚੋਂ ਵੀ ਸਾਨੂੰ 2 ਨੰਬਰ ਦਾ ਜਿਹੜਾ ਐਗਜ਼ਾਮ ਆ ਉਹ ਆਉਣ ਵਾਲਾ, ਯਾਨੀ ਕਿ 2 ਨੰਬਰ ਦਾ ਇੱਕ ਕੁਐਸਚਨ ਜੋ ਸਿਲੇਬਸ ਪਾਇਆ ਗਿਆ ਹੈ। ਔਰ ਸਿਲੇਬਸ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਸੇ ਹੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਜਾ ਕੇ ਵੀਡੀਓ ਦੀਆਂ ਬਹੁਤ ਸਾਰੀਆਂ ਵੀਡੀਓ SST ਦੀਆਂ ਤੁਹਾਨੂੰ ਮਿਲ ਜਾਣਗੀਆਂ, ਜਿਨ੍ਹਾਂ ਦੇ ਵਿੱਚ ਇੱਕ ਸਿਲੇਬਸ ਦੀ ਵੀਡੀਓ ਵੀ ਤੁਹਾਨੂੰ ਮਿਲੇਗੀ। ਠੀਕ ਹੈ ਜੀ। ਤੋ ਸਾਰੇ ਦਾ ਸਾਰਾ ਸਿਲੇਬਸ ਇਸ 'ਤੇ ਅਪਲੋਡ ਕੀਤਾ ਗਿਆ ਹੈ। ਇੱਕ ਵੀਡੀਓ ਸਪੈਸ਼ਲ ਪਾਈ ਗਈ ਹੈ ਕਿ ਕਿਸ ਤਰ੍ਹਾਂ ਤੁਸੀਂ ਸਾਰੀਆਂ ਹੀ ਸਬਜੈਕਟਸ ਨੇ ਤੁਹਾਡੇ ਜਿੰਨੇ ਵੀ, ਸਾਰਿਆਂ ਦਾ ਹੀ ਤੁਸੀਂ ਕਿਸ ਤਰ੍ਹਾਂ ਜਿਹੜਾ ਸਿਲੇਬਸ ਵੀ PSEB ਦੀ ਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਜੀ। ਤੋ ਅੱਜ ਦਾ ਸਾਡਾ ਲੈਸਨ ਹੈ ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ। ਠੀਕ ਹੈ ਜੀ। ਤਾਂ ਹੁਣ ਤੱਕ ਅਸੀਂ ਜੋ ਹਿਸਟਰੀ SST ਵਿੱਚ ਪੜ੍ਹਿਆ ਹੈ, ਕੋਸ਼ਿਸ਼ ਰਹੇਗੀ ਕਿ ਬਾਕੀ ਦੇ ਵੀ ਸਾਰੇ ਦੇ ਲੈਸਨ ਤੁਹਾਨੂੰ ਇਸੇ ਤਰ੍ਹਾਂ ਹੀ ਪਹੁੰਚਦੇ ਕੀਤੇ ਜਾਣ। ਤਾਂ ਔਨ ਡਿਮਾਂਡ ਕਿ ਸਾਰਾ ਲੈਸਨ ਐਕਸਪਲੇਨ ਕੀਤਾ ਜਾਵੇ। ਤਾਂ ਪੰਜਾਬੀ ਮੀਡੀਅਮ ਦੇ ਵਿੱਚ ਅੱਜ ਤੁਹਾਨੂੰ ਸਾਰੇ ਦਾ ਸਾਰਾ ਲੈਸਨ ਕਰਵਾਇਆ ਜਾਏਗਾ। ਔਰ ਕੋਸ਼ਿਸ਼ ਰਹੇਗੀ ਜਲਦੀ ਹੀ ਪੰਜਾਬੀ ਔਰ ਇੰਗਲਿਸ਼ ਬੋਥ ਮੀਡੀਅਮ ਦੇ ਵਿੱਚ ਜਿਹੜੇ ਤੁਹਾਨੂੰ 2 ਨੰਬਰ ਦੇ ਕੁਐਸਚਨ ਹੈਗੇ ਆ, 2-2 ਨੰਬਰ ਦੇ, ਉਹ ਸਾਰੇ ਹੀ ਐਕਸਪਲੇਨ ਕੀਤੇ ਜਾਣਗੇ। ਠੀਕ ਹੈ ਜੀ। तो चलिए शुरू करते हैं अज की वीडियो ਨੂੰ शुरू करने तो पहला अगर चैनल ਨੂੰ सबसक्राइब नहीं किया तो चैनल ਨੂੰ जरूर सबसक्राइब करो, ਵੱਧ ਤੋਂ ਵੱਧ वीडियो ਨੂੰ ਅੱਗੇ शेयर करो ताकि ਸਾਡੇ फ्रेंड सर्कल ਦੇ ਵਿੱਚ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਨੇ ਉਹ ਵੀ ਇਸ ਦਾ ਲਾਭ ਉਠਾ ਸਕਣ। ਬਸਤੀਵਾਦ, ਤਾਂ ਬਸਤੀਵਾਦ ਸਭ ਤੋਂ ਪਹਿਲਾਂ ਹੈ ਕੀ ਬਸਤੀਵਾਦ? ਬਸਤੀਵਾਦ ਦਾ ਭਾਵ ਅਰਥ ਹੈ ਕਿ ਕਿਸੇ ਦੇਸ਼ ਉੱਤੇ, ਠੀਕ ਹੈ ਜੀ, ਕਿਸੇ ਦੇਸ਼ ਉੱਤੇ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਅਧਿਕਾਰ ਕਰਨਾ। ਹੁਣ ਬਸਤੀਵਾਦ ਕੀ ਹੈ ਕਿ ਕਿਸੇ ਦੇਸ਼ ਦੁਆਰਾ ਕਿਸੇ ਹੋਰ ਦੇਸ਼ ਦੇ ਉੱਤੇ ਰਾਜਨੀਤਿਕ, ਆਰਥਿਕ ਅਤੇ ਸਮਾਜਿਕ, ਠੀਕ ਹੈ, ਤਿੰਨੋਂ ਚੀਜ਼ਾਂ ਦਿੱਤੀਆਂ ਹੋਈਆਂ। ਇਹਨਾਂ ਤਿੰਨਾਂ ਦੇ ਮਾਧਿਅਮ ਰਾਹੀਂ ਉਸ ਉੱਪਰ ਕੀ ਆ ਆਪਣਾ ਜਿਹੜਾ ਅਧਿਕਾਰ ਕਰਨਾ, ਉਸ ਨੂੰ ਅਸੀਂ ਕਹਾਂਗੇ ਬਸਤੀਵਾਦ, ਜੋ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ਵਿੱਚ ਕੀਤਾ ਸੀ। ਅਸੀਂ ਜਾਣਦੇ ਹਾਂ ਕਿ ਵਪਾਰ ਕਰਨ ਦੇ ਨਜ਼ਰੀਏ ਨਾਲ ਆਏ ਸੀ, ਤਾਂ ਵਪਾਰ ਤੋਂ ਹੌਲੀ ਹੌਲੀ ਉਹ ਸਾਡੇ ਜਿਹੜੇ ਭਾਰਤ ਦੇ ਉੱਪਰ ਕਬਜ਼ਾ ਕਰਨ ਵਿੱਚ ਕਹਿ ਲਓ ਕਿ ਸਫਲ ਹੋ ਗਏ ਸੀ। ਠੀਕ ਹੈ ਜੀ। ਸ਼ਹਿਰੀ ਪਰਿਵਰਤਨ ਤੋਂ ਭਾਵ ਹੈ ਕਿ ਕਿਸੇ ਦੇਸ਼ ਦੀ ਰਾਜਨੀਤਿਕ ਦਿਸ਼ਾ ਵਿੱਚ ਪਰਿਵਰਤਨ ਹੋਣ ਨਾਲ ਨਿਸ਼ਹਿਰੀਕਰਨ, ਕਸਬਿਆਂ ਅਤੇ ਸ਼ਹਿਰਾਂ ਦੀ ਸਥਿਤੀ ਅਤੇ ਮਹੱਤਤਾ ਵਿੱਚ ਪਰਿਵਰਤਨ ਹੋਣਾ। ਯਾਨੀ ਕਿ ਜਿੱਥੇ ਸ਼ਹਿਰੀਕਰਨ ਨਹੀਂ ਸੀ, ਰਾਜਨੀਤਿਕ ਦਿਸ਼ਾ, ਹੁਣ ਰਾਜਨੀਤਿਕ ਦਿਸ਼ਾ ਕੀ ਹੁੰਦੀ ਹੈ? ਜੋ ਉੱਥੇ ਸ਼ਾਸਨ ਪ੍ਰਸ਼ਾਸਨ ਚਲਾਇਆ ਜਾਂਦਾ ਹੈ, ਉਸ ਦੇ ਅਨੁਸਾਰ ਜਿਹੜਾ ਜਿੱਥੇ ਸ਼ਹਿਰੀਕਰਨ ਨਹੀਂ ਸੀ ਉੱਥੇ ਵੀ ਸ਼ਹਿਰੀਕਰਨ ਹੋ ਜਾਣਾ, ਉਸ ਸਥਿਤੀ ਦੀ ਮਹੱਤਤਾ ਵਿੱਚ ਪਰਿਵਰਤਨ ਹੋਣਾ, ਉਸ ਨੂੰ ਅਸੀਂ ਬੋਲਾਂਗੇ ਸ਼ਹਿਰੀਕਰਨ। ਤੋਂ ਬਸਤੀਵਾਦ ਅਤੇ ਸ਼ਹਿਰੀਕਰਨ ਸਾਡਾ ਅੱਜ ਦਾ ਚੈਪਟਰ ਹੈ। ਇਹ ਦੋਨੋਂ ਚੀਜ਼ਾਂ ਅਸੀਂ ਪਹਿਲਾਂ ਕਲੀਅਰ ਕਰ ਲਈਆਂ ਕਿ ਬਸਤੀਵਾਦ ਦਾ ਭਾਵ ਹੈ ਕਿ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ 'ਤੇ ਕਿਸੇ ਦੇਸ਼ ਦਾ ਕਿਸੇ ਹੋਰ ਦੇਸ਼ ਦੇ ਉੱਪਰ ਅਧਿਕਾਰ ਕਰਨਾ। ਠੀਕ ਹੈ। ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਜਾਂ ਕਹਿ ਲਓ ਕਿ ਇੰਗਲੈਂਡ ਨੇ ਸਾਡੇ ਦੇਸ਼ ਦੇ ਉੱਪਰ ਅਧਿਕਾਰ ਕੀਤਾ, ਇਸ ਨੂੰ ਅਸੀਂ ਬੋਲਾਂਗੇ ਬਸਤੀਵਾਦ। ਵੀ ਪਹਿਲਾਂ ਆਪਣੀਆਂ ਛੋਟੀਆਂ ਛੋਟੀਆਂ ਉਹ ਪਹਿਲਾਂ ਹੁੰਦੇ ਸੀ ਜਿਹੜੀ ਫੈਕਟਰੀ ਸਥਾਪਿਤ ਕਰਦੇ ਸੀ ਇੱਕ ਬਸਤੀ ਦੀ ਤਰ੍ਹਾਂ, ਵੀ ਬਸਤੀਆਂ ਉਹਨਾਂ ਨੇ ਸਥਾਪਿਤ ਕੀਤੀਆਂ। ਠੀਕ ਹੈ। ਵੈਸੇ ਬਸਤੀ ਸ਼ਬਦ ਅੱਜ ਕੱਲ੍ਹ ਜਿਹੜਾ ਆਪਾਂ ਸ਼ਬਦ ਸਮਝ ਲੈਂਦੇ ਹਾਂ ਕਿ ਇਹ ਫਲਾਨੀ ਬਸਤੀ ਹੈ, ਫਲਾਨੀ ਬਸਤੀ ਹੈ। ਪਿੰਡਾਂ ਦੇ ਵਿੱਚ ਅਸੀਂ ਕਹਿ ਦਿੰਦੇ ਕਿ ਉਹ ਕਾਸਟ ਦੇ ਨਾਲ ਸੰਬੋਧਨ ਕਰ ਦਿੰਦੇ ਆ ਲੋਕ, ਜਾਂ ਕਿਸੇ ਹੋਰ ਤਰੀਕੇ ਨਾਲ ਕਿ ਉਹ ਬਸਤੀ ਹੈ। ਠੀਕ ਹੈ। ਤਾਂ ਬਸਤੀ ਮੀਨਸ ਕਿ ਕੁਛ ਘਰ ਔਰ ਕੁਛ ਲੋਕ ਜੋ ਇੱਕ ਥਾਂ 'ਤੇ ਇਕੱਠੇ ਰਹਿਣ, ਜਾਂ ਕਿਸੇ ਦੁਆਰਾ ਐਸਟੈਬਲਿਸ਼ਡ ਕੀਤਾ ਗਿਆ ਕੋਈ ਕਾਰਖਾਨਾ ਵੀ ਹੋ ਸਕਦਾ। ਇਸ ਤਰ੍ਹਾਂ ਹੀ ਅੰਗਰੇਜ਼ਾਂ ਨੇ ਆਪਣੀ ਜਿਹੜੀ ਬਸਤੀ ਸਥਾਪਿਤ ਕੀਤੀ, ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੇ ਪੂਰੇ ਭਾਰਤ 'ਤੇ ਜਿਹੜਾ ਕਬਜ਼ਾ ਕਰ ਲਿਆ। ਨਵੇਂ ਸ਼ਹਿਰਾਂ ਅਤੇ ਕਸਬਿਆਂ ਦਾ ਉਥਾਨ। ਹੁਣ ਅੰਗਰੇਜ਼ੀ ਸਾਮਰਾਜ ਦੇ ਸਮੇਂ ਜਿਹੜਾ ਸੀਗਾ, ਨਵੇਂ ਜਿਹੜੇ ਕਹਿ ਲਓ ਕਿ ਕਿਹੜੇ ਜਿਹੜੇ ਨਵੇਂ ਹੈਗੇ ਆ ਸਾਡੇ, ਉਹ ਉਥਾਨ ਹੋਇਆ ਨਵੇਂ ਸ਼ਹਿਰਾਂ ਅਤੇ ਕਸਬਿਆਂ ਦਾ ਉਥਾਨ। ਨਵੇਂ ਸ਼ਹਿਰਾਂ ਅਤੇ ਕਸਬਿਆਂ ਦਾ ਉਥਾਨ ਤਦ ਹੁੰਦਾ ਹੈ ਜੇਕਰ ਉਹ ਰਾਜਨੀਤਿਕ ਸ਼ਕਤੀ ਦਾ ਕੇਂਦਰ ਜਾਂ ਆਰਥਿਕ ਗਤੀਵਿਧੀਆਂ ਦਾ ਧੁਰਾ ਜਾਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੁੰਦਾ ਹੈ। ਹੁਣ ਦੇਖੋ ਨਵੇਂ ਸ਼ਹਿਰ ਦਾ ਉਥਾਨ ਕਿਵੇਂ ਹੁੰਦਾ, ਕੋਈ ਚੀਜ਼ ਦਾ ਹੌਲੀ ਹੌਲੀ ਡਿਵੈਲਪਮੈਂਟ ਕਿਵੇਂ ਹੁੰਦੀ ਕਿ ਉੱਥੇ ਜਾਂਦਾ ਕੋਈ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੋਊਗਾ ਔਰ ਰਾਜਨੀਤਿਕ ਗਤੀਵਿਧੀਆਂ ਦਾ, ਜਾਂ ਆਰਥਿਕ ਜਾਂ ਧਾਰਮਿਕ ਗਤੀਵਿਧੀਆਂ ਦਾ, ਯਾਨੀ ਕਿ ਕੁਛ ਨਾ ਕੁਛ ਤੇ ਸਪੈਸ਼ਲ ਚੀਜ਼ ਹੋਗੀ। ਜੇਕਰ ਕਿਸੇ ਦੇਸ਼ ਦੀ ਰਾਜਸੀ ਸ਼ਕਤੀ ਵਿੱਚ ਪਰਿਵਰਤਨ ਹੋਣ ਨਾਲ ਸੰਬੰਧਿਤ ਸ਼ਾਸਕ ਆਪਣੀਆਂ ਰਾਜਧਾਨੀਆਂ ਬਦਲਦੇ ਹਨ ਤਾਂ ਉਦੋਂ ਕਈ ਕਸਬੇ
ਆਪਣੀ ਮਹੱਤਤਾ ਖੋ ਬੈਠਦੇ ਹਨ ਅਤੇ ਨਵੇਂ ਕਸਬੇ ਉਹਨਾਂ ਦੀ ਥਾਂ ਲੈਂਦੇ ਹਨ। ਹੁਣ ਜਦੋਂ ਕਿਸੇ ਦੇਸ਼ ਦੀ ਰਾਜਸੀ ਸ਼ਕਤੀ ਵਿੱਚ ਪਰਿਵਰਤਨ ਹੋਇਆ ਤਾਂ ਰਾਜਸੀ ਸ਼ਕਤੀ ਮਤਲਬ ਰਾਜਨੀਤਿਕ ਸ਼ਕਤੀ ਵਿੱਚ ਪਰਿਵਰਤਨ ਹੋਇਆ ਕਿ ਉਦੋਂ ਫਿਰ ਉਹ ਸ਼ਾਸਕ ਜਿਹੜਾ ਨਵਾਂ ਸ਼ਾਸਕ ਬਣਿਆ ਉਸਨੇ ਜਿਹੜੀ ਪੁਰਾਣੀ ਰਾਜਧਾਨੀ ਸੀ ਉਸ ਦੇ ਬਦਲੇ ਕਿਸੇ ਹੋਰ ਸਟੇਟ ਨੂੰ ਕਹਿ ਲਓ ਜਾਂ ਕਿਸੇ ਹੋਰ ਜਗ੍ਹਾ ਨੂੰ ਆਪਣੀ ਰਾਜਧਾਨੀ ਬਣਾਇਆ। ਜਦੋਂ ਮੰਨ ਲਓ ਰਾਜਸੀ ਰਾਜ ਦੇ ਵਿੱਚ ਪਰਿਵਰਤਨ ਹੋਇਆ, ਠੀਕ ਹੈ ਜੀ, ਤਾਂ ਉਸ ਸਮੇਂ ਕਹਿੰਦਾ ਬਹੁਤ ਸਾਰੇ ਜਿਹੜੇ ਮੰਨ ਲਓ ਜਿਹੜੇ ਪੁਰਾਣੇ ਫਿਰ ਹੁੰਦੇ ਆ ਉਹ ਆਪਣੀ ਜਿਹੜੀ ਕਹਿ ਲਓ ਕਿ ਮਹੱਤਤਾ ਜਿਹੜੀ ਉਹ ਖੋ ਬੈਠਦੇ ਆ ਅਤੇ ਨਵੇਂ ਜਿਹੜੇ ਕਸਬੇ ਆ ਉਹ ਉਹਨਾਂ ਦੀ ਥਾਂ ਲੈ ਲੈਂਦੇ ਆ। ਪ੍ਰਾਚੀਨ ਕਾਲ ਵਿੱਚ ਹੜੱਪਾ ਅਤੇ ਮੋਹਿੰਜੋਦੜੋ ਦੋ ਉੱਨਤ ਸ਼ਹਿਰ ਸੀਗੇ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹੜੱਪਾ ਅਤੇ ਮੋਹਿੰਜੋਦੜੋ ਦੋ ਉੱਨਤ ਸ਼ਹਿਰ ਸੀ। ਸਿੰਧੂ ਘਾਟੀ ਸੱਭਿਅਤਾ ਜਿਹੜੀ ਸਾਡੀ ਹੋਈ ਆ ਪ੍ਰਾਚੀਨ ਸੱਭਿਅਤਾ, ਠੀਕ ਹੈ ਜੀ, ਸਿੰਧੂ ਘਾਟੀ ਸੱਭਿਅਤਾ, ਤਾਂ ਉਸ ਦੇ ਇਹ ਦੋਨੋਂ ਹੀ ਮਹੱਤਵਪੂਰਨ ਸ਼ਹਿਰ ਸੀਗੇ, ਮੋਹਿੰਜੋਦੜੋ ਅਤੇ ਹੜੱਪਾ, ਠੀਕ ਹੈ। ਪਰੰਤੂ ਉਹ ਦੋਵੇਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਸਨ। ਇਸੇ ਤਰ੍ਹਾਂ ਫਤਿਹਪੁਰ ਸਿਕਰੀ ਕਦੀ ਮਹਾਨ ਅਕਬਰ ਮੁਗਲ ਬਾਦਸ਼ਾਹ ਦੀ ਰਾਜਧਾਨੀ ਹੁੰਦਾ ਸੀ, ਫਤਿਹਪੁਰ ਸਿਕਰੀ, ਠੀਕ ਹੈ। ਮਹਾਨ ਅਕਬਰ ਜਿਹੜਾ ਬਾਦਸ਼ਾਹ ਸੀ ਉਹਦੀ ਰਾਜਧਾਨੀ ਸੀ, ਪਰੰਤੂ ਹੁਣ ਇੱਕ ਇਤਿਹਾਸਿਕ ਸਥਾਨ ਹੀ ਹੈ। ਇਸ ਤਰ੍ਹਾਂ ਸੈਂਕੜੇ ਸ਼ਹਿਰ ਅਤੇ ਕਸਬੇ ਸਥਾਪਿਤ ਹੁੰਦੇ ਹਨ, ਪਰੰਤੂ ਰਾਜਸੀ ਸਰਪ੍ਰਸਤੀ ਨਾ ਮਿਲਣ ਕਾਰਨ ਉਹ ਮਹੱਤਤਾ ਗੁਆ ਬੈਠਦੇ ਨੇ ਕਿ ਸਮੇਂ ਦੇ ਅਨੁਸਾਰ ਉਹਨਾਂ ਦੀ ਜਿਹੜੀ ਮਹੱਤਤਾ ਉਹ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ 18ਵੀਂ ਅਤੇ 19ਵੀਂ ਸਦੀ ਵਿੱਚ ਮੁਗਲ ਸੈਨਾਪਤੀਆਂ ਅਤੇ ਮਰਾਠਾ ਸਰਦਾਰਾਂ ਦੇ ਅਸਥਾਨ ਰਾਜਸੀ ਸਰਪ੍ਰਸਤੀ ਨਾ ਮਿਲਣ ਕਾਰਨ ਆਪਣੀ ਮਹੱਤਤਾ ਖੋ ਬੈਠੇ ਸਨ। ਭਾਰਤ ਵਿੱਚ ਅੰਗਰੇਜ਼ੀ ਰਾਜ ਸਮੇਂ ਜਦੋਂ ਮਦਰਾਸ, ਮੁੰਬਈ ਅਤੇ ਕਲਕੱਤਾ ਹੋਂਦ ਵਿੱਚ ਆਏ, ਹੁਣ ਦੇਖੋ 19ਵੀਂ ਅਤੇ 18ਵੀਂ ਸਦੀ ਵਿੱਚ ਜਦੋਂ ਮੁਗਲ ਸੈਨਾਪਤੀਆਂ ਅਤੇ ਮਰਾਠਾ ਸਰਦਾਰਾਂ ਦੇ ਅਸਥਾਨ ਰਾਜਸੀ ਸੱਤਾ 'ਚ ਮੁਗਲਾਂ ਦੇ ਵੀ ਔਰ ਮਰਾਠਾ ਸਰਦਾਰਾਂ ਦੇ ਵੀ ਜਿਹੜੇ ਰਾਜਸੀ ਸੱਤਾ ਗਵਾ ਬੈਠੇ ਸੀ, ਉਹ ਆਪਣੀ ਮਹੱਤਤਾ ਖੋ ਬੈਠੇ ਸੀ। ਭਾਰਤ ਵਿੱਚ ਅੰਗਰੇਜ਼ੀ ਰਾਜ ਸਮੇਂ ਮਦਰਾਸ, ਬੰਬਈ ਅਤੇ ਕਲਕੱਤਾ, ਮਦਰਾਸ, ਮੁੰਬਈ ਅਤੇ ਕਲਕੱਤਾ ਹੋਂਦ ਵਿੱਚ ਆਏ ਅਤੇ ਬਹੁਤ ਸਾਰੇ ਲੋਕ ਇਹਨਾਂ ਸ਼ਹਿਰਾਂ ਵਿੱਚ ਰਹਿਣ ਲੱਗੇ ਕਿਉਂਕਿ ਇੱਥੇ ਉਹਨਾਂ ਨੂੰ ਤਰੱਕੀ ਦੇ ਚੰਗੇ ਮੌਕੇ ਪ੍ਰਾਪਤ ਹੋਏ। ਤਾਂ ਅਸੀਂ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਅੰਗਰੇਜ਼ਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਮਦਰਾਸ, ਮੁੰਬਈ ਅਤੇ ਕਲਕੱਤਾ ਤੋਂ ਕੀਤਾ ਸੀ। ਨੈਚੁਰਲੀ ਸੀ ਜਦੋਂ ਉੱਥੇ ਜਿਸ ਤਰ੍ਹਾਂ ਕਿ ਲੋਕ ਕਿਉਂ ਰਹਿੰਦੇ ਸੀ ਕਿਉਂਕਿ ਉੱਥੇ ਕੰਮ ਮਿਲਣਾ ਸ਼ੁਰੂ ਹੋਇਆ ਲੋਕਾਂ ਨੇ ਉੱਥੇ ਜਾ ਕੇ ਵੱਸਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇੱਥੇ ਕੰਮ ਮਿਲੇਗਾ। ਫੈਕਟਰੀਆਂ ਬਣਾਈਆਂ ਸੀ ਅੰਗਰੇਜ਼ਾਂ ਨੇ ਉੱਥੇ। ਸੂਰਤ ਪ੍ਰਾਚੀਨ ਕਾਲ ਤੋਂ ਹੀ ਭਾਰਤ ਦੇ ਪੱਛਮੀ ਤੱਟ 'ਤੇ ਸਥਿਤ ਵਪਾਰੀਆਂ ਦਾ ਇੱਕ ਕੇਂਦਰ ਰਿਹਾ ਹੈ। ਹੁਣ ਇੱਕ ਸੂਰਤ ਹੋ ਗਿਆ, ਪਰੰਤੂ ਜਦੋਂ ਤੋਂ ਮੁੰਬਈ ਇੱਕ ਬੰਦਰਗਾਹ ਬਣ ਗਈ ਅਤੇ ਨਾਲ ਹੀ ਈਸਟ ਇੰਡੀਆ ਕੰਪਨੀ ਦੀ ਰਾਜਨੀਤਿਕ ਸ਼ਕਤੀ ਦਾ ਕੇਂਦਰ ਬਣ ਗਈ ਤਾਂ ਵਪਾਰੀ ਲੋਕਾਂ ਨੇ ਇੱਥੇ ਰਹਿਣਾ ਸ਼ੁਰੂ ਕੀਤਾ ਕਿਉਂਕਿ ਉੱਥੋਂ ਨੂੰ ਤਰੱਕੀ ਕਰਨ ਦੇ ਚੰਗੇ ਮੌਕੇ ਪ੍ਰਾਪਤ ਹਨ। ਹੁਣ ਦੇਖੋ ਪਹਿਲਾਂ ਸੂਰਤ ਦੀ ਗੱਲ ਆਈ, ਫਿਰ ਪੰਜਾਬ ਜਿਹੜੀ ਮੁੰਬਈ ਜਾਂ ਬੰਬਈ ਅਸੀਂ ਬੋਲਦੇ ਹਾਂ, ਉਹ ਜਿਹੜੀ ਇੱਕ ਪ੍ਰਸਿੱਧ ਬੰਦਰਗਾਹ ਬਣ ਗਈ, ਠੀਕ ਹੈ। ਪ੍ਰਸਿੱਧ ਬੰਦਰਗਾਹ ਦੇ ਕਾਰਨ ਕੀ ਆ, ਹੁਣ ਜਿਹੜਾ ਈਸਟ ਇੰਡੀਆ ਕੰਪਨੀ ਦੀ ਫਿਰ ਸਥਾਪਨਾ ਹੋਈ, ਫਿਰ ਰਾਜਨੀਤਿਕ ਸ਼ਕਤੀ ਦਾ ਕੇਂਦਰ ਵੀ ਬਣ ਗਈ, ਫਿਰ ਵਪਾਰੀ ਲੋਕਾਂ ਨੇ ਉੱਥੇ ਰਹਿਣਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਨੂੰ ਉੱਥੇ ਤਰੱਕੀ ਦੇ ਵੱਧ ਮੌਕੇ ਜਿਹੜੇ ਨਜ਼ਰ ਆਉਣ ਲੱਗੇ। ਇਸੇ ਤਰ੍ਹਾਂ 1757 ਈਸਵੀ ਦੇ ਵਿੱਚ, ਠੀਕ ਹੈ ਜੀ, ਪਲਾਸੀ ਦੀ ਲੜਾਈ ਅਤੇ 1764 ਈਸਵੀ ਵਿੱਚ ਬਕਸਰ ਦੀ ਲੜਾਈ, ਇਹ ਵੈਸੇ ਅਸੀਂ ਡੇਟ ਯਾਦ ਰੱਖ ਸਕਦੇ ਹਾਂ। 1757 ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। 57 ਦੇ ਵਿੱਚ ਪਲਾਸੀ ਦੀ ਲੜਾਈ ਅਤੇ 64 ਦੇ ਵਿੱਚ 1764 ਈਸਵੀ ਵਿੱਚ ਜਿਹੜੀ ਬਕਸਰ ਦੀ ਲੜਾਈ ਹੁੰਦੀ ਆ, ਠੀਕ ਹੈ ਜੀ, ਵਿੱਚ ਬੰਗਾਲ ਦੇ ਨਵਾਬਾਂ ਦੀ ਹਾਰ ਹੋਣ ਜਾਣ ਨਾਲ ਰਾਜਧਾਨੀ ਜਿਹੜੀ ਮੁਰਸ਼ਦਾਬਾਦ ਰਾਜਧਾਨੀ ਦੀ ਮਹੱਤਤਾ ਘਟ ਗਈ ਸੀ ਅਤੇ ਈਸਟ ਇੰਡੀਆ ਕੰਪਨੀ ਦੀ ਜਿਹੜੀ ਰਾਜਧਾਨੀ ਕਲਕੱਤਾ ਦੀ ਮਹੱਤਤਾ ਉਹ ਵੱਧ ਗਈ ਸੀ। ਜਿਹੜੀ ਮੁਰਸ਼ਦਾਬਾਦ ਦੀ ਘਟ ਗਈ ਔਰ ਕਲਕੱਤਾ ਦੀ ਵੱਧ ਗਈ ਪਲਾਸੀ ਦੀ ਅਤੇ ਬਕਸਰ ਦੀ ਲੜਾਈ ਤੋਂ ਬਾਅਦ। ਇਸ ਤਰ੍ਹਾਂ ਭਾਰਤ ਵਿੱਚ ਅੰਗਰੇਜ਼ੀ ਰਾਜਨੀਤੀ ਸ਼ਕਤੀ ਦਾ ਵਿਸਥਾਰ ਹੋਣ ਨਾਲ ਉਹਨਾਂ ਨੇ ਨਵੇਂ ਪ੍ਰਸ਼ਾਸਨ ਕੇਂਦਰ ਪ੍ਰਸਿੱਧ ਸ਼ਹਿਰੀ ਅਸਥਾਨਾਂ ਵਿੱਚ ਵਿਕਸਿਤ ਹੋਣ ਨਾਲ ਉਹਨਾਂ ਦੀ ਮਹੱਤਤਾ ਵੱਧ ਗਈ। ਜਦੋਂ ਅੰਗਰੇਜ਼ ਆਏ ਉਹਨਾਂ ਨੇ ਫਿਰ ਨਵੇਂ ਸ਼ਹਿਰਾਂ ਦੇ ਵਿੱਚ ਨਵਾਂ ਪ੍ਰਸ਼ਾਸਨ ਚਲਾਇਆ ਤਾਂ ਜਿਵੇਂ ਜਿਵੇਂ ਤਬਦੀਲੀਆਂ ਹੁੰਦੀਆਂ ਗਈਆਂ, ਕਹਿ ਲਓ ਕਿ ਕਿਸੇ ਚੀਜ਼ ਦਾ ਵਿਕਾਸ ਹੁੰਦਾ ਗਿਆ, ਉਸ ਦੀ ਜਿਹੜੀ ਮਹੱਤਤਾ ਵੱਧਦੀ ਗਈ। ਜਦ ਕਿ ਭਾਰਤੀ ਸ਼ਾਸਕਾਂ ਦੇ ਕੇਂਦਰਾਂ ਦੀ ਮਹੱਤਤਾ ਉਸ ਸਮੇਂ ਖਤਮ ਹੋ ਗਈ ਜਦੋਂ ਭਾਰਤੀ ਸ਼ਾਸਕ ਆਪਣੇ ਰਾਜ ਗਵਾ ਬੈਠੇ। ਜਦੋਂ ਆਪਣੇ ਰਾਜ ਹੀ ਗਵਾ ਬੈਠੇ ਫਿਰ ਉਹਨਾਂ ਦੀ ਜਿਹੜੀ ਕਹਿ ਲਓ ਕਿ ਪੂਰੀ ਦੀ ਪੂਰੀ ਜਿਹੜੀ ਉਹਨਾਂ ਦੀ ਉਹ ਸੀਗੀ ਮਹੱਤਤਾ ਉਹ ਗਵਾ ਬੈਠੇ ਸੀਗੇ, ਠੀਕ ਹੈ ਜੀ। ਸੌਰੀ ਕੁਛ ਡਿਸਟਰਬੈਂਸ ਆ ਗਈ ਸੀ।
ਅੱਗੇ ਹੈ ਸਾਡੇ ਕੋਲੇ ਫਿਰ ਅੱਗੇ ਨਵੇਂ ਕਸਬਿਆਂ ਦਾ ਜਿਹੜਾ ਉਥਾਨ ਹੋਇਆ। ਹੁਣ ਨਵੇਂ ਕਸਬੇ ਕਿਹੜੇ ਕਿਹੜੇ ਸੀਗੇ, ਅਸੀਂ ਵਨ ਬਾਏ ਵਨ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਕਿ ਭਾਰਤ ਵਿੱਚ ਜਦ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਜਿਹੜੀ ਇੱਕ ਰਾਸ਼ਟਰੀ ਸ਼ਕਤੀ ਬਣਨ ਤੋਂ ਬਾਅਦ, ਜਦੋਂ ਰਾਸ਼ਟਰੀ ਸ਼ਕਤੀ ਬਣ ਜਾਂਦੀ ਹੈ ਈਸਟ ਇੰਡੀਆ ਕੰਪਨੀ, ਤਾਂ ਉਹ ਫਿਰ ਮੁੰਬਈ, ਕਲਕੱਤਾ ਅਤੇ ਮਦਰਾਸ ਵਿੱਚ ਨਵੇਂ ਕਸਬੇ ਹੋਂਦ ਵਿੱਚ ਆਏ। ਮੁੰਬਈ, ਕਲਕੱਤਾ ਅਤੇ ਮਦਰਾਸ ਜਿਹੜੇ ਨਵੇਂ ਕਸਬੇ ਆ ਉਹ ਹੋਂਦ ਵਿੱਚ ਆਉਂਦੇ ਆ ਜਦੋਂ ਈਸਟ ਇੰਡੀਆ ਕੰਪਨੀ ਹੈ ਜਿਹੜੀ ਰਾਸ਼ਟਰੀ ਸ਼ਕਤੀ ਜਦੋਂ ਉਹਨੂੰ ਮਿਲ ਜਾਂਦੀ ਹੈ। ਪਹਿਲਾਂ ਤਾਂ ਸਿਰਫ ਵਪਾਰ ਕਰਨ ਦੀ ਗੱਲ ਸੀ। ਸਭ ਤੋਂ ਪਹਿਲਾਂ ਨਾਮ ਉਹਦਾ ਮਦਰਾਸ ਦਾ। ਮਦਰਾਸ ਨਗਰ ਭਾਰਤ ਦੇ ਪੂਰਬੀ ਤੱਟ ਉੱਤੇ ਸਥਿਤ ਹੈ। ਇਹ ਜਦੋਂ ਅਸੀਂ ਮੈਪ ਕਰਾਂਗੇ, ਮੈਪ ਦੀ ਇੱਕ ਸਪੈਸ਼ਲ ਕਲਾਸ ਹੋਏਗੀ ਤੁਹਾਡੀ, ਉਹਦੇ ਵਿੱਚ ਤੁਹਾਨੂੰ ਸਮਝਾਇਆ ਜਾਏਗਾ ਕਿ ਕਿਹੜਾ ਸ਼ਹਿਰ ਕਿੱਥੇ। ਤੋਂ ਮਦਰਾਸ ਅਸੀਂ ਜਿਸ ਤਰ੍ਹਾਂ ਪੜ੍ਹਿਆ ਹੈ ਕਿ ਮਦਰਾਸ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਉਸ ਦਾ ਨੇਮ ਚੇਂਜ ਹੋਇਆ, ਤਾਂ ਇਸ ਦਾ ਵਰਤਮਾਨ ਨਾਂ ਕੀ ਹੈ? ਚੇਨਈ ਹੈ। ਠੀਕ ਹੈ, ਮਦਰਾਸ ਦਾ ਵਰਤਮਾਨ ਨਾਮ ਕੀ ਹੈ? ਚੇਨਈ ਹੈ। ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ। ਠੀਕ ਹੈ, ਮਦਰਾਸ ਭਾਰਤ ਵਿੱਚ ਵਿਕਸਿਤ ਹੋਣ ਵਾਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ 3 ਮੁੱਖ ਕੇਂਦਰ ਕਲਕੱਤਾ, ਮੁੰਬਈ ਅਤੇ ਮਦਰਾਸ ਵਿੱਚੋਂ ਇੱਕ ਸੀਗਾ। ਇੱਥੇ ਵੀ ਈਸਟ ਇੰਡੀਆ ਕੰਪਨੀ ਦੀ ਪ੍ਰੈਜ਼ੀਡੈਂਟੀ ਦਾ ਇੱਕ ਕੇਂਦਰ ਸੀਗਾ, ਪ੍ਰੈਜ਼ੀਡੈਂਸੀ ਦਾ ਇੱਕ ਕੇਂਦਰ ਸੀਗਾ ਈਸਟ ਇੰਡੀਆ ਕੰਪਨੀ ਦੀ। 1639 ਈਸਵੀ ਵਿੱਚ ਅੰਗਰੇਜ਼ਾਂ ਨੂੰ ਸਰਕਾਰ ਦਾ ਪੱਟਾ ਪ੍ਰਾਪਤ ਹੋ ਗਿਆ ਸੀ। 1639, ਠੀਕ ਹੈ, 1639, 1639 ਵਿੱਚ ਉਹਨਾਂ ਨੂੰ ਅੰਗਰੇਜ਼ੀ ਸਰਕਾਰ ਦਾ ਪੱਟਾ ਪ੍ਰਾਪਤ ਹੋ ਗਿਆ। ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈਸਵੀ ਵਿੱਚ ਫਰਾਂਸਿਸ ਡੇ ਨੇ ਕੀਤੀ ਸੀ। ਕਿਹਨੇ ਕੀਤੀ ਸੀਗੀ? ਫਰਾਂਸਿਸ ਡੇ ਨੇ ਜਿਹੜੀ ਇਹਦੀ ਸਥਾਪਨਾ ਕੀਤੀ ਸੀਗੀ। ਨਾਮ ਯਾਦ ਰੱਖਣਾ ਅਸੀਂ, ਫਰਾਂਸਿਸ ਡੇ। ਠੀਕ ਹੈ, ਤੋ ਫਰਾਂਸਿਸ ਡੇ ਨੇ ਕੀਤੀ ਸੀ। ਫਰਾਂਸੀਸੀ ਸੈਨਾਪਤੀ ਲਾ ਬੋਰੋਦੇਨੇ ਨੇ ਪਹਿਲੇ ਕਰਨਾਟਕ ਯੁੱਧ ਜੋ ਕਿ 1746 ਤੋਂ 1748 ਸਮੇਂ ਮਦਰਾਸ ਅੰਗਰੇਜ਼ਾਂ ਤੋਂ ਖੋਲ੍ਹਿਆ ਸੀ। ਠੀਕ ਹੈ, ਦੇਨੇ ਨੇ ਇਸ ਯੁੱਧ ਦੇ ਸਮਾਪਤ ਹੋਣ ਪਿੱਛੋਂ 1748 ਈਸਵੀ ਵਿੱਚ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਦੇ ਦਿੱਤਾ ਗਿਆ ਸੀ। ਕਰਨਾਟਕ ਦੇ 3 ਯੁੱਧਾਂ ਵਿੱਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਣ ਕਾਰਨ ਮਦਰਾਸ ਇੱਕ ਮਹੱਤਵਪੂਰਨ ਅਤੇ ਖੁਸ਼ਹਾਲ ਨਗਰ ਬਣ ਗਿਆ। ਠੀਕ ਹੈ ਜੀ, ਤੋ ਮਦਰਾਸ ਦੀ ਗੱਲ ਚੱਲ ਰਹੀ ਆ। ਤੋ ਇੱਥੇ ਇੱਕ ਸਮਝਾ ਰਿਹਾ ਸਾਨੂੰ ਕਿ ਪ੍ਰੈਜ਼ੀਡੈਂਸੀ ਕੀ ਹੁੰਦੀ ਹੈ। ਠੀਕ ਹੈ, ਉਪਨਿਵੇਸ਼ਿਕਾ ਭਾਰਤ ਨੂੰ ਸ਼ਾਸਨ ਪ੍ਰਬੰਧ ਦੇ ਉਦੇਸ਼ ਨਾਲ ਮੁੰਬਈ, ਮਦਰਾਸ ਅਤੇ ਬੰਗਾਲ ਪ੍ਰੈਜ਼ੀਡੈਂਸੀਆਂ ਵਿੱਚ ਵੰਡਿਆ ਗਿਆ। ਇੱਕ ਉਪਨਿਵੇਸ਼ਿਕਾ ਸੀਗੀ। ਠੀਕ ਹੈ, ਪ੍ਰੈਜ਼ੀਡੈਂਸੀ ਸੀ ਜਿਹੜੀ। ਜਲਦੀ ਹੀ ਮਦਰਾਸ ਇੱਕ ਬੰਦਰਗਾਹ, ਨਗਰ ਅਤੇ ਪ੍ਰਸਿੱਧ ਉਦਯੋਗਿਕ ਕੇਂਦਰ ਵਜੋਂ ਵਿਕਸਿਤ ਹੋਇਆ। ਇੱਥੇ ਅਨੇਕਾਂ ਵੇਖਣਯੋਗ ਸਥਾਨ ਜਿਵੇਂ ਗਿਰਜਾਘਰ ਹੋ ਗਿਆ, ਭਵਨ ਹੋ ਗਿਆ, ਸਮਾਰਕ ਹੈ, ਸੁੰਦਰ ਮੰਦਰ ਹੈ, ਮਦਰਾਸ ਹਾਈ ਕੋਰਟ ਅਤੇ ਸਮੁੰਦਰੀ ਤੱਟ ਇਸ ਨਗਰ ਦੀ ਸ਼ਾਨ ਵਿੱਚ ਵਾਧਾ ਕਰਦੇ ਹਨ, ਜਿਹੜੀਆਂ ਕਿ ਦੇਖਣਯੋਗ ਇੱਥੇ ਚੀਜ਼ਾਂ ਹੈਗੀਆਂ। ਅਗਲਾ ਹੈ ਜੀ ਮੁੰਬਈ। ਮੁੰਬਈ ਨਗਰ ਮਹਾਰਾਸ਼ਟਰ ਵਿੱਚ ਸਥਿਤ ਹੈ ਜੀ। ਇਹ ਵੀ ਅਸੀਂ ਜ਼ਰੂਰ ਦੇਖਿਆ ਹੋਣਾ ਮੈਪ ਦੇ ਉੱਪਰ। ਅੱਜ ਕੱਲ੍ਹ ਇਸ ਦਾ ਨਾਮ ਮੁੰਬਈ ਹੈ। ਬੰਬਈ ਦਾ ਇੱਕ ਪ੍ਰਸਿੱਧ ਵਪਾਰਕ ਕੇਂਦਰ ਸੀਗਾ ਅਤੇ ਨਾਲ ਉਦਯੋਗਿਕ ਅਤੇ ਸੱਭਿਆਚਾਰਕ ਕੇਂਦਰ ਵੀ ਹੈ। 1661 ਈਸਵੀ ਵਿੱਚ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਹੋਣ ਸਮੇਂ ਇਹ ਨਗਰ ਪੁਰਤਗਾਲੀਆਂ ਨੇ ਦਾਜ ਦੇ ਰੂਪ ਵਿੱਚ ਇੰਗਲੈਂਡ ਨੂੰ ਦਿੱਤਾ ਸੀ। ਬੜੀ ਮਹੱਤਵਪੂਰਨ ਜਾਣਕਾਰੀ ਹੈ ਜੀ। 1661 ਈਸਵੀ ਵਿੱਚ ਜਦੋਂ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਰਲਸ ਨਾਲ, ਇਹ ਪੁਰਤਗਾਲੀ ਰਾਜਕੁਮਾਰੀ ਸੀ, ਯਾਦ ਰੱਖਣਾ, ਔਰ ਇਹਦਾ ਵਿਆਹ ਹੁੰਦਾ ਇੰਗਲੈਂਡ ਦੇ ਸ਼ਾਸਕ ਸੀਗਾ ਜਿਹੜਾ ਇੰਗਲੈਂਡ ਦਾ, ਉਹ ਸੀਗਾ ਚਾਰਲਸ। ਨਾਮ ਤੁਸੀਂ ਅੰਡਰਲਾਈਨ ਜ਼ਰੂਰ ਕਰ ਲਿਆ ਕਰੋ, ਆਪਣੇ ਕੋਲ ਪੈਨਸਲ ਜ਼ਰੂਰ ਰੱਖੋ ਆਪਣੀ ਬੁੱਕ ਦੇ ਉੱਪਰ। ਚਾਰਲਸ ਦੂਜੇ ਨਾਲ ਵਿਆਹ ਹੋਇਆ ਤਾਂ ਪੁਰਤਗਾਲੀਆਂ ਨੇ ਇਹ ਦਾਜ ਦੇ ਰੂਪ ਵਿੱਚ ਇੰਗਲੈਂਡ ਨੂੰ ਦਿੱਤਾ ਸੀ ਮੁੰਬਈ। ਉਸ ਨੇ ਅੱਗੇ ਈਸਟ ਇੰਡੀਆ ਕੰਪਨੀ ਨੂੰ ਕਿਰਾਏ 'ਤੇ ਦੇ ਦਿੱਤਾ। ਜਿਹੜੀ ਇੰਗਲੈਂਡ ਸੀਗੀ ਸਰਕਾਰ, ਉਹਨੇ ਫਿਰ ਈਸਟ ਇੰਡੀਆ ਕੰਪਨੀ ਸੀ ਜਿਹੜੀ ਭਾਰਤ ਵਿੱਚ, ਉਹਨੂੰ ਕਿਰਾਏ 'ਤੇ ਦਿੱਤਾ। ਹੌਲੀ ਹੌਲੀ ਮੁੰਬਈ ਅੰਗਰੇਜ਼ਾਂ ਦੀ ਪ੍ਰੈਜ਼ੀਡੈਂਸੀ ਬਣ ਗਿਆ। ਇਸ ਨਗਰ ਦੇ ਪ੍ਰਸਿੱਧ ਸਥਾਨ ਜੂ ਬੀਚ, ਚੌਪਾਈ, ਕੋਲਾਬਾ, ਮਾਲਾਬਾਰ ਹਿੱਲ ਹੋ ਗਿਆ, ਜਹਾਂਗੀਰ ਆਰਟ ਗੈਲਰੀ ਹੋ ਗਿਆ, ਅਜਾਇਬ ਘਰ, ਮੁੰਬਈ ਯੂਨੀਵਰਸਿਟੀ, ਮਹਾਲਕਸ਼ਮੀ ਮੰਦਰ, ਵਿਕਟੋਰੀਆ ਬਾਗ, ਕਮਲਾ ਨਹਿਰੂ ਪਾਰਕ ਆਦਿ ਮੁੰਬਈ ਦੀ ਸ਼ਾਨ ਵਧਾਉਂਦੇ ਆ। ਇਹ ਜਿਹੜੇ ਇਹਦੇ ਮਹੱਤਵਪੂਰਨ ਸਾਰੇ ਦੇ ਸਾਰੇ ਹੈਗੇ ਆ, ਵੈਰੀ ਇੰਪੋਰਟੈਂਟ ਜਿਹੜੇ ਇਹਦੇ
ਭਾਟ ਹੈਗੇ ਆ। ਠੀਕ ਹੈ ਜੀ, ਕਮਲਾ ਨਹਿਰੂ ਪਾਰਕ। ਨੈਕਸਟ ਹੈ ਜੀ ਸਾਡੇ ਕੋਲੇ ਕਲਕੱਤਾ। ठीक है जी, तो कलकत्ता पश्चिमी बंगाल की राजधानी है। ठीक है जी, तो ये भी बड़ा महत्वपूर्ण और प्रसिद्ध, हुण भी प्रसिद्ध है, पहला भी यह प्रसिद्ध इलाका सीगा। अजकल इसका नाम कोलकाता है। ये भारत विच अंग्रेजी राज समय एक प्रसिद्ध वपारक बस्ती सी। ये भी 1695 ईस्वी विच अंग्रेज़ां ने इत्थे अपनी पहली वपारक फैक्ट्री है जिहड़ी स्थापित की अते उस दे आले दुआले एक किला बनाया। जिहड़ी पहली वपारक फैक्ट्री अंग्रेज इत्थे स्थापित करते आ 95 95 ਦੇ ਵਿੱਚ ਪਹਿਲੀ ਵਪਾਰਕ ਫੈਕਟਰੀ ਉਹਨਾਂ ਨੇ ਸਥਾਪਿਤ ਕੀਤੀ ਤੇ ਇੱਥੇ ਇੱਕ ਕਹਿ ਲਓ ਕਿ ਕਿਲਾ ਬਣਾਇਆ ਹੈਗਾ। ਠੀਕ ਹੈ ਜੀ, 1757 ਈਸਵੀ ਵਿੱਚ ਅੰਗਰੇਜ਼ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਜਿਹੜਾ ਸਮਾਂ ਵਪਾਰਕ ਮਾਮਲਿਆਂ ਤੇ ਲਗਾਇਆ 1757 ਈਸਵੀ ਤੱਕ। ਜਦੋਂ ਬੰਗਾਲ ਦੇ ਨਵਾਬ ਸਰਾਜੂ ਦੌਲਾ ਅਤੇ ਈਸਟ ਇੰਡੀਆ ਕੰਪਨੀ ਵਿਚਕਾਰ ਯੁੱਧ ਸ਼ੁਰੂ ਹੋ ਗਿਆ ਤਾਂ ਇਹ ਉਹੀ ਯੁੱਧ ਹੈ ਜੀ, ਪਲਾਸੀ ਦੀ ਲੜਾਈ 1757 ਦੀ। ਠੀਕ ਹੈ, ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਦੀਆਂ ਵੱਖ-ਵੱਖ ਬਸਤੀਆਂ ਜਿਵੇਂ ਮਦਰਾਸ ਹੋ ਗਿਆ, ਮੁੰਬਈ ਹੋ ਗਿਆ ਅਤੇ ਕਲਕੱਤਾ ਆਦਿ ਵਿਕਸਿਤ ਸ਼ਹਿਰ ਬਣ ਗਏ। ਭਾਰਤ ਦੇ ਬਹੁ ਗਿਣਤੀ ਵਿੱਚ ਵਪਾਰੀ ਲੋਕ ਇਹਨਾਂ ਸ਼ਹਿਰਾਂ ਵਿੱਚ ਰਹਿਣ ਲੱਗੇ ਕਿਉਂਕਿ ਇੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਵਪਾਰਕ ਸਹੂਲਤਾਂ ਪ੍ਰਾਪਤ ਹੋ ਗਈਆਂ ਸਨ। 1757 ਈਸਵੀ ਵਿੱਚ ਪਲਾਸੀ ਅਤੇ 1764 ਵਿੱਚ ਬਕਸਰ ਦੀ ਲੜਾਈ ਵਿੱਚ ਬੰਗਾਲ ਦੇ ਨਵਾਬਾਂ ਦੀ ਹਾਰ ਹੋਣ ਕਾਰਨ ਕਲਕੱਤਾ ਸ਼ਹਿਰ ਦੀ ਮਹੱਤਤਾ ਵੱਧ ਗਈ। ਠੀਕ ਹੈ, ਬੰਗਾਲ ਦੇ ਨਵਾਬਾਂ ਦੀ ਜਦੋਂ ਹਾਰ ਹੋ ਗਈ ਤਾਂ ਬੰਗਾਲ ਦੀ ਘਟ ਕੇ ਕਲਕੱਤਾ ਸ਼ਹਿਰ ਦੀ ਜਿਹੜੀ ਮਹੱਤਤਾ ਸੀਗੀ ਉਹ ਵੱਧ ਗਈ। 57 ਦੇ ਪਲਾਸੀ ਦੀ ਲੜਾਈ ਅਤੇ 64 ਵਿੱਚ ਜਿਹੜੀ ਬਕਸਰ ਦੀ ਲੜਾਈ ਹੁੰਦੀ ਹੈ। ਅੱਜ ਅਨੇਕ ਵੇਖਣਯੋਗ ਅਸਥਾਨ ਜਿਵੇਂ ਕਿ ਹੁਣ ਦੇਖੋ ਇੱਥੇ ਵੀ ਮਹੱਤਵਪੂਰਨ ਨੇ, ਹਾਵੜਾ ਪੁਲ ਹੈ, ਵਿਕਟੋਰੀਆ ਮੈਮੋਰੀਅਲ ਹੈ, ਬੋਟਨੀਕਲ ਗਾਰਡਨ ਹੈ, ਭਾਰਤੀ ਅਜਾਇਬ ਘਰ ਹੈ, ਅਲੀਪੁਰ ਚਿੜੀਆ ਘਰ ਹੈ, ਵੈਲੂਰ ਮੱਠ ਹੈ, ਰਾਸ਼ਟਰੀ ਪੁਸਤਕਾਲਿਆ ਹੈ ਆਦਿ ਇਸ ਦੇ ਬਹੁਤ ਹੀ ਮਹੱਤਵਪੂਰਨ ਸਥਾਨ ਜੋ ਇਸ ਦੀ ਸ਼ਾਨ ਵਧਾਉਂਦੇ ਹਨ। ਯਾਨੀ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀ ਜਾਣਕਾਰੀ ਇਸ ਲੈਸਨ ਦੇ ਵਿੱਚ ਸਾਨੂੰ ਮਹੱਤਵਪੂਰਨ ਜਾਣਕਾਰੀ ਮਿਲ ਰਹੀ ਹੈ, ਤੋ ਇਸ ਨੂੰ ਅੱਛੀ ਤਰ੍ਹਾਂ ਅਸੀਂ ਇਹਦੀ ਰਿਵੀਜ਼ਨ ਲੈਣੀ ਆ। ਅੱਗੇ ਹੈ ਵਿਸ਼ੇਸ਼ ਅਧਿਐਨ ਦਿੱਲੀ। ਤੋ ਦਿੱਲੀ ਬਾਰੇ ਵਿਸ਼ੇਸ਼ ਅਧਿਐਨ ਜ਼ਰੂਰ ਕਰਾਂਗੇ ਕਿ ਅੱਜ ਕੱਲ੍ਹ ਭਾਰਤ ਦੀ ਜਿਹੜੀ ਰਾਜਧਾਨੀ ਦਿੱਲੀ ਹੈ ਯਮੁਨਾ ਨਦੀ ਦੇ ਕੰਢੇ 'ਤੇ ਸਥਿਤ ਹੈ। ਤਾਂ ਪੁੱਛ ਲਿਆ ਜਾਂਦਾ ਕਿਹੜੀ ਨਦੀ ਦੇ ਕੰਢੇ 'ਤੇ ਸਥਿਤ ਹੈ ਦਿੱਲੀ, ਤਾਂ ਯਮੁਨਾ। ਇਹ ਭਾਰਤ ਦੀ ਇੱਕ ਪ੍ਰਸਿੱਧ ਨਗਰ ਹੈ। ਮਹਾਕਾਵਿ ਕਾਲ ਵਿੱਚ ਦਿੱਲੀ ਨੂੰ ਇੰਦਰਪ੍ਰਸਥ ਦਾ ਨਾਮ ਨਾਲ ਜਾਣਿਆ ਜਾਂਦਾ ਹੈ। ਤੋ ਇਹ ਵੀ ਇੱਕ ਮਹੱਤਵਪੂਰਨ ਜਾਣਕਾਰੀ ਹੈ ਜੀ, ਇਸ ਨੂੰ ਵੀ ਅਸੀਂ ਜ਼ਰੂਰ ਅੰਡਰਲਾਈਨ ਕਰਨਾ ਕਿ ਮਹਾਕਾਵਿ ਜਿਹੜਾ ਕਾਲ ਦੇ ਦੌਰਾਨ ਜਿਹੜੀ ਦਿੱਲੀ ਸੀਗੀ ਉਸ ਨੂੰ ਕੀ ਆ, ਕਿਸ ਨਾਮ ਨਾਲ ਜਾਣਿਆ ਜਾਂਦਾ ਸੀ, ਇੰਦਰਪ੍ਰਸਥ ਦੇ ਨਾਮ ਦੇ ਨਾਲ ਦਿੱਲੀ ਨੂੰ ਜਾਣਿਆ ਜਾਂਦਾ ਸੀ। ਠੀਕ ਹੈ, ਤੋ ਇੰਦਰਪ੍ਰਸਥ ਬਾਅਦ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਇਸ ਨੂੰ ਦੁਬਾਰਾ ਸ਼ਾਹ ਜਹਾਂਬਾਦ ਦਾ ਨਾਂ ਦਿੱਤਾ। ਤੋ ਜੋ ਸ਼ਾਹਜਹਾਂ ਮੁਗਲ ਬਾਦਸ਼ਾਹ ਸੀਗਾ, ਮੁਗਲ ਬਾਦਸ਼ਾਹ ਦਾ ਸ਼ਾਹਜਹਾਂ ਨੇ ਇਸ ਨੂੰ ਕੀ ਨਾਂ, ਸ਼ਾਹਜਹਾਂਬਾਦ ਦਾ ਨਾਮ ਦਿੱਤਾ ਦਿੱਲੀ ਨੂੰ। ਅਤੇ 1911 ਈਸਵੀ ਦੇ ਵਿੱਚ ਇਹ ਮਹੱਤਵਪੂਰਨ ਡੇਟ ਹੈ ਬੇਟਾ, 1911 ਈਸਵੀ ਦੇ ਵਿੱਚ। ਠੀਕ ਹੈ ਜੀ, 1911 ਈਸਵੀ ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਉਸਨੇ ਇਸ ਨੂੰ ਨਵੀਂ ਦਿੱਲੀ ਦਾ ਨਾਂ ਦਿੱਤਾ। ਠੀਕ ਹੈ ਜੀ, ਤੋ ਇਹ ਪ੍ਰਸ਼ਨ ਆ ਜਾਂਦਾ ਹੈਗਾ ਭਾਰਤੀ ਰਾਜਧਾਨੀ ਕਦੋਂ ਬਣੀ, ਤਾਂ 1911 ਈਸਵੀ ਦੇ ਵਿੱਚ ਜਿਹੜੀ ਦਿੱਲੀ ਉਹ ਭਾਰਤ ਦੀ ਰਾਜਧਾਨੀ ਬਣਦੀ ਆ ਔਰ ਅੰਗਰੇਜ਼ ਇਸ ਨੂੰ ਇੱਕ ਨਵਾਂ ਨਾਮ ਦਿੰਦੇ ਆ। ਕੀ ਨਾਮ ਦਿੰਦੇ ਆ? ਨਵੀਂ ਦਿੱਲੀ। ਠੀਕ ਹੈ ਜੀ, ਇਹ ਦਿੱਲੀ ਬਾਰੇ ਕੁਛ ਵਿਸ਼ੇਸ਼ ਜਿਹੜਾ ਕਹਿ ਲਓ ਕਿ ਨੀਚੇ ਜਿਹੜੇ ਸਥਾਨ ਦਿਖਾਏ ਗਏ ਆ। ਪਾਰਲੀਮੈਂਟ ਹਾਊਸ ਦਿੱਲੀ ਵਿੱਚ ਹੀ ਹੈ, ਰਾਸ਼ਟਰੀ ਭਵਨ ਵੀ ਦਿੱਲੀ ਵਿੱਚ ਹੀ ਹੈ ਔਰ ਇਹ ਤੁਸੀਂ ਦੇਖ ਰਹੇ ਹੋ ਸਾਡਾ ਇੰਡੀਆ ਗੇਟ, ਇਹ ਵੀ ਦਿੱਲੀ ਵਿੱਚ ਹੀ ਹੈ। ਯਾਨੀ ਕਿ ਇਹ ਦਿੱਲੀ ਦੀਆਂ ਕੁਝ ਵਿਸ਼ੇਸ਼ ਜਾਣਕਾਰੀ। ਠੀਕ ਹੈ, ਉਸ ਤੋਂ ਬਾਅਦ ਦਿੱਲੀ ਸ਼ੁਰੂ ਤੋਂ ਹੀ ਭਾਰਤ ਵਿੱਚ ਰਾਜਨੀਤਿਕ, ਵਪਾਰਿਕ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਰਿਹਾ ਹੈ। ਮੱਧ ਕਾਲ ਵਿੱਚ ਇਹ ਬਹੁਤ ਪ੍ਰਸਿੱਧ ਹੋ ਗਿਆ ਸੀ ਕਿਉਂਕਿ ਇਲਤੁਤਮਿਸ਼ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ ਮੱਧ ਕਾਲ ਦੇ ਵਿੱਚ। ਠੀਕ ਹੈ, ਇਲਤੁਤਮਿਸ਼ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਇਸ ਤੋਂ ਪਿੱਛੋਂ ਦਿੱਲੀ ਸਾਰੇ ਸੁਲਤਾਨਾਂ ਦੀ ਰਾਜਧਾਨੀ ਬਣਾ ਰਿਹਾ। ਮੁਗਲ ਬਾਦਸ਼ਾਹ ਅਕਬਰ ਕੁਝ ਕੁਝ ਦੇਰ ਲਈ ਆਗਰਾ ਅਤੇ ਫਤਿਹਪੁਰ ਸਿਕਰੀ ਮੁਗਲਾਂ ਦੀ ਰਾਜਧਾਨੀ ਬਣੀ। ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਕਹਿ ਲਓ ਫਤਿਹਪੁਰ ਸਿਕਰੀ ਅਤੇ ਆਗਰਾ ਕੁਝ ਸਮੇਂ ਲਈ ਜਿਹੜੇ
ਇਹਨਾਂ ਦੀ ਰਾਜਧਾਨੀ ਬਣੇ। ਇਸ ਤੋਂ ਇਲਾਵਾ ਬਾਕੀ ਸਾਰੇ ਮੁਗਲ ਸ਼ਾਸਕਾਂ ਨੇ ਦਿੱਲੀ ਨੂੰ ਹੀ ਆਪਣੀ ਰਾਜਧਾਨੀ ਬਣਾਇਆ ਸੀ। ਇਸ ਕਰਕੇ ਦਿੱਲੀ ਨਗਰ ਦੀ ਮਹੱਤਤਾ ਬਹੁਤ ਵੱਧ ਗਈ ਸੀ। 1911 ਵਿੱਚ ਅੰਗਰੇਜ਼ਾਂ ਨੇ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਕਲਕੱਤਾ ਦੀ ਥਾਂ 'ਤੇ ਦਿੱਲੀ ਨੂੰ ਬਣਾਇਆ 1911 ਵਿੱਚ। ਇੱਥੇ ਵੇਖਣਯੋਗ ਸਥਾਨ, ਪ੍ਰਸਿੱਧ ਸਥਾਨ ਲਾਲ ਕਿਲ੍ਹਾ ਹੈ, ਚਿੜੀਆ ਘਰ ਹੈ, ਅੱਪੂ ਘਰ ਹੈ, ਇੰਡੀਆ ਗੇਟ ਹੈ, ਰਾਏਪੁਰ, ਪਿਥੌਰ, ਫਤਿਹਪੁਰ ਸਿੱਖ ਮਸਜਿਦ, ਠੀਕ ਹੈ, ਨਿਜ਼ਾਮੂਦੀਨ ਔਲੀਆ ਦੀ ਦਰਗਾਹ, ਜੰਤਰ ਮੰਤਰ, ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦੇ ਮਕਬਰੇ ਹੈ, ਕੁਤਬਦੀਨ ਬਖਤਿਆਰ ਕਾਕੀ ਦੀ ਦਰਗਾਹ, ਪਾਰਲੀਮੈਂਟ ਹਾਊਸ ਹੈ, ਰਾਸ਼ਟਰੀ ਭਵਨ ਹੈ, ਅਜਾਇਬ ਘਰ ਹੈ, ਰਾਜਘਾਟ ਹੈ, ਤੀਨ ਮੂਰਤੀ ਹੈ। ਯਾਨੀ ਕਿ ਇਹ ਸਾਰੇ ਦਿੱਲੀ ਦੇ ਵਿੱਚ ਦੇਖਣਯੋਗ ਜਿਹੜੇ ਪ੍ਰਸਿੱਧ ਸਥਾਨ ਹੈਗੇ ਆ। ਸ਼ਕਤੀ ਸਤਲ ਹੈ, ਸ਼ਾਂਤੀ ਵਨ ਹੈ, ਦਿੱਲੀ ਯੂਨੀਵਰਸਿਟੀ ਹੈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ, ਬਿਰਲਾ ਮੰਦਰ ਹੈ, ਗੁਰਦੁਆਰਾ ਸੀਸਗੰਜ ਹੈ, ਠੀਕ ਹੈ ਜੀ, ਗੁਰਦੁਆਰਾ ਬੰਗਲਾ ਸਾਹਿਬ। ਇਹ ਸਾਰੇ ਹੀ ਬਹੁਤ ਹੀ ਮਹੱਤਵਪੂਰਨ ਹੈ। ਦਰਗਾਹ ਕੀ ਹੁੰਦੀ ਹੈ? ਕਹਿੰਦੇ ਸੂਫੀ ਸੰਤ ਦਾ ਇੱਕ ਮਕਬਰਾ ਹੁੰਦੀ ਹੈ। ਅੱਗੇ ਆ ਗਿਆ ਬਸਤੀਵਾਦ, ਅਵਸਥਾਵਾਂ ਅਤੇ ਨੀਤੀਆਂ ਲਾਗੂ ਕਰਨਾ। 1857 ਦੇ ਵਿਦਰੋਹ ਬਾਅਦ ਅੰਗਰੇਜ਼ੀ ਸਰਕਾਰ ਨੇ ਭਾਰਤੀ ਸਾਮਰਾਜ ਨੂੰ ਸੰਗਠਿਤ ਕਰਨ ਲਈ ਨਗਰਪਾਲਿਕਾਵਾਂ, ਲੋਕ ਜਨਕ ਕਾਰਜ ਵਿਭਾਗ, ਯੋਜਨਾ, ਰੇਲ ਮਾਰਗ ਦਾ ਜਾਲ ਵਿਛਾਉਣਾ ਆਦਿ ਵੱਲ ਧਿਆਨ ਦਿੱਤਾ। ਉਹਨਾਂ ਵਿੱਚੋਂ ਕਈ ਸੰਸਥਾਵਾਂ ਅੱਜ ਵੀ ਥੋੜ੍ਹੇ ਬਹੁਤ ਸੁਧਾਰਾਂ ਦੇ ਨਾਲ ਮੌਜੂਦ ਹਨ। ਯਾਨੀ ਕਿ ਉਹਨਾਂ ਦੀਆਂ ਚਲਾਈਆਂ ਹੋਈਆਂ, ਜਿਵੇਂ ਅਸੀਂ ਕਹ ਲਈਏ ਕਿ ਰੇਲ ਦੇ ਜਿਹੜੇ ਜਾਲ ਵਿਛਾਏ, ਨਗਰਪਾਲਿਕਾ ਹੋ ਗਈ, ਇਹ ਉਹ ਅੰਗਰੇਜ਼ਾਂ ਦੁਆਰਾ ਸਥਾਪਿਤ ਕੀਤੀਆਂ ਗਈਆਂ ਸੀ, ਜੋ ਅੱਜ ਵੀ ਚੱਲ ਰਹੀਆਂ। ਉਹਨਾਂ ਵਿੱਚ ਸੁਧਾਰ ਕੀਤੇ ਗਏ। ਨਗਰਪਾਲਿਕਾਵਾਂ ਸਭ ਤੋਂ ਪਹਿਲਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ 1887-88 ਵਿੱਚ ਮਦਰਾਸ ਵਿੱਚ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ। ਸਭ ਤੋਂ ਪਹਿਲਾਂ ਜੇ ਪੁੱਛ ਲਿਆ ਜਾਵੇ 87-88 ਦੇ ਵਿੱਚ ਮਦਰਾਸ, ਜੋ ਕਿ ਮੌਜੂਦਾ ਚੇਨਈ ਹੈ, ਵਿੱਚ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ। ਇਸ ਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ। ਕੁਝ ਸਮੇਂ ਬਾਅਦ ਮੁੰਬਈ ਅਤੇ ਕਲਕੱਤਾ ਵਿੱਚ ਵੀ ਨਗਰਪਾਲਿਕਾ ਕਾਰਪੋਰੇਸ਼ਨਾਂ ਦੀ ਸਥਾਪਨਾ ਕੀਤੀ ਗਈ, ਜੋ ਕਿ ਪ੍ਰਸਿੱਧ ਸੀਗੇ, ਕੀਤੀਆਂ ਗਈਆਂ। ਹੌਲੀ ਹੌਲੀ ਵੱਖ-ਵੱਖ ਪ੍ਰਾਂਤਾਂ ਦੇ ਨਗਰਾਂ ਅਤੇ ਪਿੰਡਾਂ ਦੇ ਨਗਰਪਾਲਿਕਾਵਾਂ ਅਤੇ ਜ਼ਿਲ੍ਹਾ ਬੋਰਡ ਕਾਇਮ ਕੀਤੇ ਗਏ। ਇਹਨਾਂ ਸੰਸਥਾਵਾਂ ਰਾਹੀਂ ਕਾਫੀ ਸੰਖਿਆ ਵਿੱਚ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਖੋਲ੍ਹੇ ਗਏ। ਨਗਰਾਂ ਦੀ ਸਫਾਈ ਅਤੇ ਇੱਥੇ ਰਾਤ ਨੂੰ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ। ਲੋਕਾਂ ਨੂੰ ਪਾਣੀ ਦੀਆਂ ਸਹੂਲਤਾਂ ਮਿਲਣ ਲੱਗੀਆਂ। ਵੱਖ-ਵੱਖ ਨਗਰਾਂ ਵਿੱਚ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ, ਜਿਸ ਕਰਕੇ ਬਿਮਾਰੀ ਦੀ ਰੋਕਥਾਮ ਕਰਨ ਲਈ ਮੁਫਤ ਦਵਾਈਆਂ ਅਤੇ ਟੀਕੇ ਵੀ ਦਿੱਤੇ ਜਾਣ ਲੱਗੇ। ਠੀਕ ਹੈ ਜੀ। ਅੱਗੇ ਆ ਗਿਆ ਸਵਰਜਨਕ ਕੰਮ। ਫਿਰ ਸਵਰਜਨਕ ਕੰਮ ਕੀ ਕੀਤੇ ਹੈ ਕਿ ਭਾਰਤ ਵਿੱਚ ਅੰਗਰੇਜ਼ੀ ਰਾਜ ਕਾਲ ਵਿੱਚ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਵਰਜਨਕ ਕਾਰਜ ਕਲਿਆਣ ਵਿਭਾਗ ਦੀ ਸਥਾਪਨਾ ਕੀਤੀ। ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਦੁਆਰਾ ਇਹ ਕੰਮ ਕੀਤਾ ਗਿਆ ਭਾਰਤ ਦੇ ਵਿੱਚ, ਠੀਕ ਹੈ। ਤਾਂ ਉਸਨੇ ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਤਿਆਰ ਕਰਕੇ ਇਸ ਵਿਭਾਗ ਨੇ ਕਲਕੱਤਾ ਤੋਂ ਪੇਸ਼ਾਵਰ ਤੱਕ GT ਰੋਡ ਵੀ ਬਣਾਇਆ ਸੀ, ਕਲਕੱਤਾ ਤੋਂ ਪੇਸ਼ਾਵਰ ਤੱਕ, ਠੀਕ ਹੈ। 8 ਅਪ੍ਰੈਲ 1853 ਨੂੰ ਗੰਗਾ ਨਹਿਰ ਤਿਆਰ ਕਰਵਾ ਕੇ ਉਸ ਵਿੱਚ ਪਾਣੀ ਛੱਡ ਦਿੱਤਾ। ਰੁੜਕੀ ਵਿਖੇ ਇੱਕ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ। ਇਸ ਵਿਭਾਗ ਨੇ ਹੋਰ ਕਈ ਜਿਹੜੇ ਹੈਗੇ ਆ ਪ੍ਰਜਾ ਦੀ ਭਲਾਈ ਦੇ ਲਈ ਕਾਰਜ ਕੀਤੇ, ਠੀਕ ਹੈ। 8 ਅਪ੍ਰੈਲ 1853 ਈਸਵੀ ਨਹੀਂ ਭੁੱਲਣਾ, ਠੀਕ ਹੈ, ਜਿੱਥੇ ਕਿ ਗੰਗਾ ਨਹਿਰ ਤਿਆਰ ਕਰਾ ਕੇ ਇਸ ਵਿੱਚ ਪਾਣੀ ਛੱਡ ਦਿੱਤਾ। 8 ਅਪ੍ਰੈਲ 1853 ਈਸਵੀ ਦੇ ਵਿੱਚ, ਠੀਕ ਹੈ ਜੀ। ਅੱਗੇ ਹੈ ਯੋਜਨਾ। ਅੰਗਰੇਜ਼ੀ ਰਾਜ ਸਮੇਂ ਭਾਰਤ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਨਗਰ ਸੰਬੰਧੀ ਸਹੂਲਤਾਂ ਵਿੱਚ ਸੁਧਾਰ ਹੋਇਆ। ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪਾਈਪ ਰਾਹੀਂ ਪਾਣੀ ਦੀ ਸਪਲਾਈ, ਗਲੀਆਂ ਵਿੱਚ ਰੌਸ਼ਨੀ, ਘਰਾਂ ਵਿੱਚ ਬਿਜਲੀ ਦੀ ਸਪਲਾਈ, ਸੀਵਰੇਜ, ਆਧੁਨਿਕ ਬਾਜ਼ਾਰ, ਪਾਰਕਾਂ ਅਤੇ ਖੇਡ ਦੇ ਮੈਦਾਨ ਤਿਆਰ ਕਰਵਾਏ ਗਏ। ਇਹ ਸਾਰਾ ਅੰਗਰੇਜ਼ਾਂ ਦੁਆਰਾ ਜਿਹੜਾ ਕੰਮ ਕੀਤਾ ਗਿਆ। ਰੇਲਵੇ ਲਾਈਨਾਂ। ਲਾਰਡ ਡਲਹੌਜ਼ੀ ਨੇ ਸਮੇਂ 1753 ਈਸਵੀ ਵਿੱਚ ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਆ ਜਿਹੜੀ ਬੰਬਈ ਤੋਂ ਥਾਣੇ ਵਿੱਚ ਬਣਾਈ ਗਈ ਸੀ। 1853 'ਚ ਬਣਾਈ ਗਈ ਜੋ ਰੇਲਵੇ ਲਾਈਨ ਬਣਾਈ ਗਈ। ਔਰ 1854 ਵਿੱਚ ਕਲਕੱਤਾ ਹੀ ਤੋਂ ਰਾਣੀਗੰਜ ਤੱਕ ਦੀ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ। ਭਾਰਤ ਵਿੱਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ। ਉਹਨਾਂ ਵਿੱਚੋਂ ਪ੍ਰਮੁੱਖ ਕਾਰਨ ਹੇਠ ਕੁਝ ਕਾਰਨ ਸੀਗੇ ਕਿ ਕਿਉਂ ਉਹਨਾਂ ਨੇ ਰੇਲਾਂ। ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਲਈ ਸੈਨਾ ਦੀ ਆਵਾਜਾਈ ਅਤੇ ਰੇਲਵੇ ਲਾਈਨਾਂ ਸਥਾਪਿਤ ਕਰਨੀਆਂ ਚਾਹੁੰਦੀ ਸੀ, ਯਾਨੀ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਸੈਨਾ ਨੂੰ ਭੇਜਿਆ ਜਾਵੇ। ਇਸ ਲਈ ਉਹਨਾਂ ਨੇ ਰੇਲਵੇ ਲਾਈਨਾਂ ਵਿਛਾਈਆਂ ਅੰਗਰੇਜ਼ਾਂ ਨੇ ਆਪਣੀ ਰੱਖਿਆ ਦੇ ਲਈ ਔਰ ਸਾਮਰਾਜ ਦੀ ਰੱਖਿਆ ਦੇ ਲਈ। ਇੰਗਲੈਂਡ ਦੀਆਂ ਮਿੱਲਾਂ ਵਿੱਚ ਤਿਆਰ ਕੀਤੀਆਂ ਗਈਆਂ ਵਸਤਾਂ ਰੇਲ ਦੁਆਰਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜੀਆਂ ਜਾਣ। ਜਿਹੜਾ ਮਾਲ ਸੀ ਤਿਆਰ ਕਰਦੇ ਉਸ ਦੀਆਂ ਮਿੱਲਾਂ ਵਿੱਚ ਇੰਗਲੈਂਡ ਦੀਆਂ, ਉਸ ਨੂੰ ਵੀ ਵੱਖ-ਵੱਖ ਤਰੀਕਿਆਂ ਨਾਲ ਭਾਰਤ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਣਾ ਹੁੰਦਾ ਸੀ। ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼
ਪੂੰਜੀਪਤੀਆਂ ਨੂੰ ਆਪਣੀ ਵਾਧੂ ਧਨ ਰੇਲਾਂ ਬਣਾਉਣ ਵਿੱਚ ਖਰਚ ਕਰਕੇ ਕਾਫੀ ਮੁਨਾਫਾ ਹੁੰਦਾ ਸੀ। ਠੀਕ ਹੈ, ਜਿਹੜਾ ਵਾਧੂ ਧਨ ਸੀ ਉਸ ਨੂੰ ਖਰਚ ਕਰਕੇ ਉਹਨਾਂ ਨੂੰ ਜਿਹੜਾ ਕਾਫੀ ਜਿਹੜਾ ਮੁਨਾਫਾ ਮਿਲ ਰਿਹਾ ਸੀ। ਵਨਸ ਅਗੇਨ ਡਿਸਟਰਬੈਂਸ ਹੋ ਗਈ ਸੀ। ਓਕੇ, ਪੁਲਿਸ ਨੈਕਸਟ ਹੈ ਸਾਡੇ ਕੋਲੇ ਪੁਲਿਸ। ਅੰਗਰੇਜ਼ਾਂ ਨੇ ਸ਼ਾਸਨ ਅਧੀਨ ਲਾਰਡ ਕਾਰਨਵਾਲਿਸ ਨੇ ਦੇਸ਼ ਵਿੱਚ ਕਾਨੂੰਨ ਵਿਵਸਥਾ ਕਾਇਮ ਕੀਤੀ। ਠੀਕ ਹੈ, ਅੰਗਰੇਜ਼ਾਂ ਦੇ ਸ਼ਾਸਨ ਅਧੀਨ ਲਾਰਡ ਕਾਰਨਵਾਲਿਸ ਆ ਜਿਹੜਾ, ਠੀਕ ਹੈ ਜੀ, ਲਾਰਡ ਕਾਰਨਵਾਲਿਸ ਦੁਆਰਾ ਜਿਹੜੀ ਕਾਨੂੰਨ ਵਿਵਸਥਾ ਕੀਤੀ ਗਈ ਹੈ, ਉਸਨੇ ਜ਼ਿਮੀਂਦਾਰਾਂ ਤੋਂ ਪੁਲਿਸ ਅਧਿਕਾਰ ਖੋਲ੍ਹੇ। 1792 ਈਸਵੀ ਵਿੱਚ ਉਸਨੇ ਬੰਗਾਲ ਦੇ ਜ਼ਿਲ੍ਹਿਆਂ ਨੂੰ ਥਾਣਿਆਂ ਵਿੱਚ ਵੰਡ ਦਿੱਤਾ। ਹਰੇਕ ਥਾਣੇ ਦਾ ਮੁਖੀ ਦਰੋਗਾ ਦਾ ਨਾਂ ਦਿੱਤਾ ਗਿਆ। ਪੁਲਿਸ ਅਧਿਕਾਰੀ ਨੂੰ ਨਿਯੁਕਤ ਕੀਤਾ ਗਿਆ। ਦਰੋਗਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਦਾ ਸੀ। 1860 ਈਸਵੀ ਵਿੱਚ ਭਾਰਤੀ ਅੰਗਰੇਜ਼ ਸਰਕਾਰ ਨੇ ਦੇਸ਼ ਦੇ ਸਾਰੇ ਪ੍ਰਾਂਤਾਂ ਵਿੱਚੋਂ ਇੱਕੋ ਜਿਹਾ ਪੁਲਿਸ ਪ੍ਰਬੰਧ ਸਥਾਪਿਤ ਕਰਨ ਲਈ ਇੱਕ ਪੁਲਿਸ ਕਮਿਸ਼ਨ ਨਿਯੁਕਤ ਕੀਤਾ। ਉਸ ਦੀਆਂ ਸਿਫਾਰਸ਼ਾਂ ਅਨੁਸਾਰ ਹਰੇਕ ਪ੍ਰਾਂਤ ਵਿੱਚ ਸਿਵਲ ਪੁਲਿਸ ਸਥਾਪਿਤ ਕਰਨਾ, ਇੰਸਪੈਕਟਰ ਜਨਰਲ ਪੁਲਿਸ ਅਤੇ ਹਰੇਕ ਜ਼ਿਲ੍ਹੇ ਵਿੱਚ ਪੁਲਿਸ ਸੁਪਰਡੈਂਟ, ਠੀਕ ਹੈ, ਸੁਪਰਡੈਂਟ ਅਤੇ ਸਹਾਇਕ ਸੁਪਰਡੈਂਟ ਦੇ ਅਧੀਨ ਪੁਲਿਸ ਇੰਸਪੈਕਟਰ, ਹੈੱਡ ਕਾਂਸਟੇਬਲ ਆਦਿ ਅਧਿਕਾਰੀ, ਯਾਨੀ ਕਿ ਜਿਹੜੀ ਸਿਵਲ ਸਰਵਿਸ ਪੁਲਿਸ ਦਾ ਸਾਰਾ ਪ੍ਰਬੰਧ ਕੀਤਾ ਗਿਆ। ਇਹਨਾਂ ਅਹੁਦਿਆਂ 'ਤੇ ਜ਼ਿਆਦਾਤਰ ਅੰਗਰੇਜ਼ ਅਧਿਕਾਰੀਆਂ ਦੀਆਂ ਹੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਸਨ। ਪੁਲਿਸ ਵਿਭਾਗ ਦਾ ਜਿਹੜਾ ਇਹ ਢਾਂਚਾ ਕੁਝ ਤਬਦੀਲੀਆਂ ਕਰਨ ਉਪਰੰਤ ਜਿਹੜਾ ਅੱਜ ਵੀ ਚੱਲ ਰਿਹਾ ਹੈ। ਲਾਰਡ ਕਾਰਨਵਾਲਿਸ ਜਿਹੜਾ ਭਾਰਤ ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਸੀ, ਇਹ ਯਾਦ ਰੱਖਣਾ। 1700 ਕਹਿ ਲਓ ਕਿ 92 ਦੇ ਵਿੱਚ ਜਿਹੜਾ ਉਸਨੇ ਇਹ ਸ਼ੁਰੂ ਕੀਤਾ ਸੀ। ਠੀਕ ਹੈ ਜੀ, ਤੋ ਇਸ ਦੇ ਨਾਲ ਹੀ ਜਿਹੜਾ ਸਾਡਾ ਚੈਪਟਰ ਹੈਗਾ ਇਹ ਖਤਮ ਹੁੰਦਾ ਹੈ। ਕੁਛ ਜਿਹੜੀਆਂ ਇਹਦੇ ਵਿੱਚ ਮਹੱਤਵਪੂਰਨ ਜਿਹੜੀ ਜਾਣਕਾਰੀ ਸੀ ਅਸੀਂ ਸਾਰੀ ਹੀ ਕਵਰ ਕਰ ਲਈ ਆ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚੋਂ ਕੁਛ ਨਾ ਕੁਛ ਅੱਜ ਜ਼ਰੂਰ ਸਿੱਖਣ ਨੂੰ ਪੜ੍ਹਨ ਨੂੰ ਮਿਲੇਗਾ ਔਰ ਇਸ ਚੈਪਟਰ ਦੀ ਜਿਹੜੀ ਅੱਛੀ ਤਰ੍ਹਾਂ ਰਿਵੀਜ਼ਨ ਲੈ ਲੈਣੀ ਹੈਗੀ ਆ। ਕੁਛ ਗੱਲਾਂ ਜਿਹੜੀਆਂ ਯਾਦ ਰੱਖਣਯੋਗ ਨੇ ਲਾਸਟ ਦੇ ਵਿੱਚ ਕਿ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੇ ਤੇ ਇੱਕ ਰਾਜਸੀ ਸ਼ਕਤੀ ਬਣਨ ਨਾਲ ਮੁੰਬਈ, ਕਲਕੱਤਾ ਅਤੇ ਮਦਰਾਸ ਜਿਹੜੇ ਹੋਂਦ ਵਿੱਚ ਆਏ ਸੀ। ਜਦੋਂ ਰਾਜਸੀ ਸ਼ਕਤੀ ਬਣ ਗਈ ਸੀ ਤਾਂ ਇਹਨਾਂ ਸ਼ਹਿਰਾਂ ਦਾ ਉਹਨਾਂ ਨੇ ਬਹੁਤ ਵਿਕਾਸ ਕੀਤਾ, ਤਿੰਨਾਂ ਦਾ। ਮਦਰਾਸ ਨਗਰ ਭਾਰਤ ਦੇ ਪੂਰਬੀ ਤੱਟ ਉੱਤੇ ਸਥਿਤ ਹੈ ਅਤੇ ਮੌਜੂਦਾ ਨਾਮ ਇਹਦਾ ਅਸੀਂ ਪੜ੍ਹਿਆ ਹੈ ਕਿ ਕੀ ਹੈ ਅੱਜ ਕੱਲ੍ਹ ਇਹ ਚੇਨਈ। ਠੀਕ ਹੈ ਜੀ, ਮਦਰਾਸ ਇੱਕ ਬੰਦਰਗਾਹ ਨਗਰ ਅਤੇ ਪ੍ਰਸਿੱਧ ਉਦਯੋਗਿਕ ਕੇਂਦਰ ਵਜੋਂ ਸਥਾਪਿਤ ਹੋਇਆ। ਮੁੰਬਈ ਦਾ ਅੱਜ ਕੱਲ੍ਹ ਨਾਮ ਮੁੰਬਈ ਹੈ, ਬੰਬਈ ਦਾ। ਠੀਕ ਹੈ, ਮਹਾਰਾਸ਼ਟਰ ਵਿੱਚ ਸਥਿਤ ਹੈ ਅਤੇ ਇਸ ਨਗਰ ਵਿੱਚ ਬਹੁਤ ਸਾਰੇ ਜਿਹੜੇ ਦੇਖਣਯੋਗ ਸਥਾਨ ਹੈ। ਤੋ ਅਗਲਾ ਔਰ ਅਸੀਂ ਇਹਦੇ ਬਾਰੇ ਕੁਛ ਪੜ੍ਹਿਆ ਸੀ ਕਿ ਪੁਰਤਗਾਲੀ ਜਿਹੜੀ ਰਾਜਕੁਮਾਰੀ ਦਾ ਵਿਆਹ ਇੰਗਲੈਂਡ ਦੇ ਸ਼ਾਸਕ ਨਾਲ ਹੋਇਆ ਤਾਂ ਉਸ ਨੂੰ ਜਿਹੜਾ ਇਹ ਉਹਨਾਂ ਨੇ ਦਹੇਜ ਦੇ ਰੂਪ ਵਿੱਚ ਦਿੱਤਾ ਹੋਇਆ ਸੀ। ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ, ਇਹ ਜ਼ਰੂਰ ਯਾਦ ਰੱਖਣਾ ਹੈ। ਕਲਕੱਤਾ ਜਿਹੜਾ ਹੈ ਸਾਡਾ ਉਹ ਪੱਛਮੀ ਬੰਗਾਲ ਦੀ ਰਾਜਧਾਨੀ ਹੈ ਕਲਕੱਤਾ। ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ ਅਤੇ ਅੱਜ ਕੱਲ੍ਹ ਕੋਲਕਾਤਾ ਕਿਹਾ ਜਾਂਦਾ ਹੈ। ਇੱਥੇ ਵੀ ਅਨੇਕਾਂ ਵੇਖਣਯੋਗ ਸਥਾਨ ਹੈ। ਦਿੱਲੀ ਭਾਰਤ ਦੀ ਰਾਜਧਾਨੀ ਹੈ ਅਤੇ ਬਹੁਤ ਸਾਰੇ ਵੇਖਣਯੋਗ ਸਥਾਨ ਹੈ। ਦਿੱਲੀ ਬਾਰੇ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਭਵਨ ਜਿਹਦੇ ਵਿੱਚ ਰਾਸ਼ਟਰੀ ਭਵਨ, ਇੰਡੀਆ ਗੇਟ, ਠੀਕ ਹੈ, ਸੰਸਦ ਭਵਨ ਦਿੱਲੀ ਵਿਖੇ ਹੀ ਹੈ। ਅੰਗਰੇਜ਼ੀ ਰਾਜ ਸਮੇਂ ਕਲਕੱਤਾ ਤੋਂ ਪੇਸ਼ਾਵਰ ਤੱਕ GT ਰੋਡ ਬਣਾਈ ਗਈ ਸੀਗੀ। ਲਾਰਡ ਡਲਹੌਜ਼ੀ ਸਮੇਂ 1853 ਈਸਵੀ ਵਿੱਚ ਪਹਿਲੀ ਰੇਲਵੇ ਲਾਈਨ ਮੁੰਬਈ ਤੋਂ ਥਾਣੇ ਦੇ ਵਿਚਕਾਰ ਜਿਹੜੀ ਬਣਾਈ ਗਈ ਸੀ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਸਾਡਾ ਅੱਜ ਦਾ ਟੌਪਿਕ ਖਤਮ ਹੁੰਦਾ। ਕਿਸੇ ਕਿਸਮ ਦਾ ਸੁਝਾਅ ਹੋਵੇ ਤਾਂ ਉਹ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਆਪਣੇ ਵੱਲੋਂ ਦੇ ਦੇਣਾ ਹੈ। ਹੋਰ ਵੀ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਪਾਉਣਾ। ਜਲਦੀ ਹੀ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਇਸ ਦਾ ਰਿਵੀਜ਼ਨ ਕਰਦੇ ਰਹੋ। ਘੰਟੀ ਵਾਲੇ ਬਟਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇ। ਬਹੁਤ ਬਹੁਤ ਧੰਨਵਾਦ ਜੀ।